ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਰਜੀਵ ਭਾਸਕਰ ਸਾਹਿਬ, ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਸਿਆਸਤ ਉਨੀ ਸਰਲ ਨਹੀਂ ਹੁੰਦੀ ਜਿੰਨੀ ਕਈ ਵਾਰੀ ਅਸੀਂ ਸਮਝ ਲੈਂਦੇ ਹਾਂ, ਤੇ ਘਟਨਾਵਾਂ ਵੀ ਉਨੀਆਂ ਸਹਿਜ ਨਹੀਂ ਵਾਪਰ ਰਹੀਆਂ ਹੁੰਦੀਆਂ ਜਿਵੇਂ ਨਜ਼ਰ ਆਉਂਦੀਆਂ। ਬਹੁਤੀ ਵਾਰੀ ਸਕ੍ਰਿਪਟਡ ਹੁੰਦੀਆਂ ਔਰ ਬੜੇ ਠੰਡੇ ਦਿਮਾਗ ਤੇ ਰੌਸ਼ਨ ਦਿਮਾਗ ਨਾਲ ਇਹ ਅੱਗੇ ਵਧਾਈਆਂ ਹੁੰਦੀਆਂ। ਕਾਂਗਰਸ ਦਾ ਕਲੇਸ਼ ਉਨੀ ਦਿਨੀ ਨੈਚੁਰਲ ਜਿਹਾ ਵਰਤਾਰਾ ਲੱਗਦਾ ਸੀ, ਔਰ ਜਿਹੜੇ ਸਮਝਦੇ ਸੀਗੇ ਕਿ ਇਹ ਦੋ ਧਿਰਾਂ ਦੀ ਲੜਾਈ ਆ, ਹੁਣ ਹੌਲੀ ਹੌਲੀ ਪਰਤਾਂ ਖੁੱਲਣ ਲੱਗੀਆਂ ਤਾਂ ਸਮਝ ਆਉਣ ਲੱਗੀ ਹੈ ਕਿ ਇਹ ਵੀ ਕਾਫੀ ਹੱਦ ਤੱਕ ਸਕ੍ਰਿਪਟਡ ਸੀ। ਪ੍ਰਸ਼ਾਂਤ ਕਿਸ਼ੋਰ ਦਾ ਮੁੱਖ ਮੰਤਰੀ ਨੂੰ ਬਦਾਵਾ ਦੇ ਜਾਣਾ, ਜਾਨੀ ਰਿਜ਼ਾਈਨ ਕਰ ਜਾਣਾ, ਮੈਨੂੰ ਇੰਜ ਲੱਗਦਾ ਹੈ ਕਿ ਇੱਕ ਬਹੁਤ ਵੱਡੀ ਪਲੈਨਿੰਗ ਤੇ ਕੰਮ ਹੋ ਰਿਹਾ। ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਸਿੱਧੂ ਦਾ ਬਾਰ-ਬਾਰ ਇਹ ਕਹਿਣਾ ਕਿ ਮੇਰੇ ਨਾਲ 60 ਵਾਰੀ ਪ੍ਰਸ਼ਾਂਤ ਕਿਸ਼ੋਰ ਦੀ ਮੀਟਿੰਗ ਹੋਈ ਆ, ਔਰ ਨਾਲ ਦੀ ਨਾਲ ਇਹ ਕਹਿਣਾ ਕਿ ਮੇਰਾ ਉਸ ਬੰਦੇ ਤੇ ਵਿਸ਼ਵਾਸ ਕਰਨ ਨੂੰ ਜੀ ਕਰਦਾ। ਸਿੱਧੂ ਦੀ ਐਲੀਵੇਸ਼ਨ ਤੋਂ ਪਹਿਲਾਂ, ਪ੍ਰਧਾਨਗੀ ਐਲਾਨਣ ਤੋਂ ਪਹਿਲਾਂ 2-3 ਦਿਨ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਦਾ ਗਾਂਧੀ ਪਰਿਵਾਰ ਨਾਲ ਨਿੱਠ ਕੇ ਗੱਲਬਾਤ ਕਰਕੇ ਆਉਣਾ ਤੇ ਉਹਦਾ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਕਿਆਸਾਂ ਆਈਆਂ। ਪੰਜਾਬ ਵੱਲੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਅਹੁਦੇ ਨੂੰ ਛੱਡਣ ਲੱਗਿਆ। ਹੁਣ ਬਹੁਤ ਕੁਝ ਐਸਾ ਹੈ ਕਿ ਅਗਲੇ ਦਿਨਾਂ 'ਚ ਕੀ ਹੋਣ ਵਾਲਾ। ਪੰਜਾਬ ਦੀ ਰਾਜਨੀਤੀ 'ਚ ਕਾਂਗਰਸ ਦਾ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ, ਜਿਹੜਾ ਪਹਿਲਾਂ ਪੇਡ ਸੀ, ਜਿਹੜਾ ਸਦਾ ਆਪਣੀ ਕੰਪਨੀ ਲਈ ਪੈਸੇ ਲੈ ਕੇ ਰਣਨੀਤੀ ਵੀ ਬਣਾਉਂਦਾ ਸੀ, ਸਲਾਹ ਵੀ ਦਿੰਦਾ ਸੀ, ਸਰਵੇ ਵੀ ਕਰਵਾਉਂਦਾ ਸੀ, ਉਹਦਾ ਹੁਣ ਕਾਂਗਰਸ ਦੀਆਂ ਸਫਾਂ ਦੇ ਵਿੱਚ ਮੂਰਲੀ ਅਗਵਾਈ ਦੇਣ ਵਾਲੇ ਵਿਅਕਤੀ ਵਜੋਂ ਸ਼ਾਮਲ ਹੋਣ ਦੀ ਚਰਚਾ ਦਾ ਪੰਜਾਬ ਦੇ ਰਾਜਨੀਤਿਕ ਗਲਿਆਰਿਆਂ ਤੇ ਕੀ ਅਸਰ ਹੈ, ਪੰਜਾਬ ਦੇ ਰਾਜਨੀਤਿਕ ਮਾਹੌਲ ਤੇ ਆਉਂਦੀਆਂ ਚੋਣਾਂ ਤੇ ਕੀ ਅਸਰ ਹੋਣ ਵਾਲਾ। ਆਪਾਂ ਗੱਲ ਇੱਥੋਂ ਸ਼ੁਰੂ ਕਰਨੀ ਆ। ਪ੍ਰਸ਼ਾਂਤ ਕਿਸ਼ੋਰ ਸਹਿਜ ਨਾਲ ਅਸਤੀਫਾ ਨਹੀਂ ਦਿੰਦਾ, ਬੜਾ ਸੋਚਿਆ ਸਮਝਿਆ ਕਦਮ ਹੈ, ਤੇ ਉਸ ਤੋਂ ਪਹਿਲਾਂ ਉਹ ਆਪਣਾ ਕਾਫੀ ਕੰਮ ਪੰਜਾਬ 'ਚ ਕਰ ਜਾਂਦਾ। ਚਿਹਰਾ ਇੱਕ ਨਹੀਂ ਦੋ ਬਣਾ ਜਾਂਦਾ। ਅਗਵਾਈ ਕੈਪਟਨ ਦੀ ਬਜਾਏ ਸਿੱਧੂ ਨੂੰ ਸੌਂਪਦਾ ਹੈ, ਲੇਕਿਨ ਸਿੱਧੂ ਵੀ ਲੜਖੜਾਉਂਦੇ ਨਜ਼ਰ ਆਉਂਦੇ ਆ। ਇਸ ਵੇਲੇ ਸਿੱਧੂ ਉਹੀ ਰਿਪੀਟ ਗੱਲਾਂ ਕਰ ਰਹੇ ਆ, ਜਿਹੜਾ ਅਸਰ ਸਿੱਧੂ ਦਾ ਹੋਇਆ ਕਰਦਾ ਸੀ ਉਹਦੇ ਉੱਤੇ ਵੀ ਕੁਝ ਫਰਕ ਪਿਆ। ਮੈਂ ਕੁੱਲ ਮਿਲਾ ਕੇ ਤੁਹਾਨੂੰ ਚਾਹੂੰਗਾ ਇਹ ਗੱਲ ਨੂੰ ਜਰਾ ਖੋਲ ਕੇ ਦੱਸੋ। ਰੰਧਾਵਾ ਜੀ, ਜਦੋਂ ਪ੍ਰਸ਼ਾਂਤ ਕਿਸ਼ੋਰ ਉਹਨਾਂ ਦਾ ਅਪਾਇੰਟਮੈਂਟ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਸਲਾਹਕਾਰ ਦੇ ਰੂਪ ਵਿੱਚ ਕੀਤਾ ਸੀਗਾ, ਤਦ ਵੀ ਅਚਾਨਕ ਹੀ ਇਹ ਗੱਲ ਆਈ ਸੀਗੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਮੁੱਖ ਸਲਾਹਕਾਰ ਹੋਣਗੇ ਜਾਂ ਕਾਂਗਰਸ ਦੇ ਕੋਈ ਸਲਾਹਕਾਰ ਹੋਣਗੇ। ਚਲੋ ਗੱਲ ਅੱਗੇ ਤੁਰਦੀ ਹੈ। ਪ੍ਰਸ਼ਾਂਤ ਕਿਸ਼ੋਰ ਨੇ ਕੁਝ ਐਮਐਲਏ ਦੇ ਨਾਲ ਮੀਟਿੰਗ ਵੀ ਕੀਤੀ, ਉਸ ਮੀਟਿੰਗ ਦਾ ਕੁਝ ਐਮਐਲਏ ਨੇ ਵਿਰੋਧ ਵੀ ਕੀਤਾ। ਇੱਥੇ ਤੱਕ ਕਿ ਪ੍ਰਸ਼ਾਂਤ ਕਿਸ਼ੋਰ ਦੀ ਹੋਂਦ ਨੂੰ ਇੰਪੋਰਟੈਂਸ ਇੰਨੀ ਕੁ ਮਿਲੀ ਕਿ ਉਹਦੇ ਨਾਂ ਤੇ ਜਾਲੀ ਕਾਲਾਂ ਵੀ ਕੀਤੀ ਗਈ, ਔਰ ਇੱਥੇ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਵਿਰੋਧ ਵਾਸਤੇ ਵੀ ਕਈ ਐਮਐਲਏਆਂ ਨੂੰ ਮਨਾਇਆ ਗਿਆ ਕਿ ਜੇ ਤੁਸੀਂ ਇਹ ਕਹੋ ਤੇ ਅੱਗੇ ਚੱਲ ਕੇ ਤੁਹਾਡੀ ਟਿਕਟ ਦੇ ਵਿੱਚ ਅਸੀਂ ਦਾਅਵੇਦਾਰੀ ਮਜ਼ਬੂਤ ਕਰ ਸਕਦੇ ਹਾਂ। ਕਈ ਜਗ੍ਹਾ ਤੇ ਇਹ ਵੀ ਕੰਪਲੇਂਟ ਆਈ ਕਿ ਸ਼ਾਇਦ ਟਿਕਟ ਦਿਲਵਾਨ ਦੇ ਐਵਜ਼ ਦੇ ਵਿੱਚ ਕੁਝ ਪੈਸਿਆਂ ਦੀ ਮੰਗ ਵੀ ਕੀਤੀ ਗਈ ਸੀ। ਖੈਰ, ਉਹ ਜਾਲੀ ਬੰਦਾ ਫੜਿਆ ਗਿਆ। ਪਰ ਤੁਸੀਂ ਇਸ ਗੱਲ ਤੋਂ ਪ੍ਰਸ਼ਾਂਤ ਕਿਸ਼ੋਰ ਦੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੰਪੋਰਟੈਂਸ ਨੂੰ ਨਕਾਰ ਨਹੀਂ ਸਕਦੇ। ਜਦੋਂ ਤੋਂ ਪ੍ਰਸ਼ਾਂਤ ਕਿਸ਼ੋਰ ਉਹਨਾਂ ਦਾ ਅਪਾਇੰਟਮੈਂਟ ਹੋਇਆ, ਐਮਐਲਏਆਂ ਦੀ ਮੀਟਿੰਗ, ਐਮਐਲਏਆਂ ਦੇ ਨਾਲ ਉਹਨਾਂ ਨੇ ਮੁੱਦੇ ਪਛਾਣਨ ਦੇ, ਆਪਣੀ ਆਪਣੀ ਕੌਂਸਟੀਚੁਐਂਸੀ ਦੇ ਮੁੱਦੇ ਲੈ ਕੇ ਆਓ, ਔਰ ਉਹਨਾਂ ਦੇ ਇੰਟਰਵਿਊ ਦੇ ਬੇਸ ਤੇ ਟਿਕਟ ਦੀ ਅਲਾਟਮੈਂਟ ਹੋਣਾ, ਇੱਥੇ ਤੱਕ ਦੀ ਖਬਰਾਂ ਆ ਗਈ ਸੀ। ਔਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਇੱਕ ਵਾਰ ਆਪ ਕਹਿਣਾ ਪਿਆ ਕਿ ਪ੍ਰਸ਼ਾਂਤ ਕਿਸ਼ੋਰ ਉਹਨਾਂ ਦੀ ਕੋਈ ਇੰਪੋਰਟੈਂਸ ਟਿਕਟ ਡਿਸਟ੍ਰੀਬਿਊਸ਼ਨ ਦੇ ਵਿੱਚ ਨਹੀਂ ਹੋਣੀ, ਭੂਮਿਕਾ ਨਹੀਂ ਹੋਏਗੀ। ਟਿਕਟ ਡਿਸਟ੍ਰੀਬਿਊਸ਼ਨ ਤੇ ਪਾਰਟੀ ਦੀ ਜਿਹੜੀ ਸੈਂਟਰਲ ਇਲੈਕਸ਼ਨ ਕਮੇਟੀ ਹੈ ਉਹੀ ਕਰੇਗੀ। ਯਾਨੀ ਗੱਲ ਇੱਥੇ ਤੱਕ ਪਹੁੰਚ ਚੁੱਕੀ ਸੀਗੀ। ਹੁਣ ਅੱਜ ਕੱਲ ਅਚਾਨਕ ਪ੍ਰਸ਼ਾਂਤ ਕਿਸ਼ੋਰ ਦਾ ਇਹ ਕਹਿਣਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਮੁੱਖ ਸਲਾਹਕਾਰ ਦੇ ਰੂਪ ਵਿੱਚ ਅਸਤੀਫਾ ਦੇ ਰਹੇ ਨੇ, ਔਰ ਉਸ ਅਸਤੀਫੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਬਹੁਤਾ ਕੋਈ ਉਹਦੇ 'ਚ ਬਿਆਨ ਨਹੀਂ ਆਉਣਾ। ਔਰ ਯਾਦ ਕਰੋ ਕਿ ਜਦ ਕੈਪਟਨ ਅਮਰਿੰਦਰ ਸਿੰਘ ਔਰ ਸਿੱਧੂ ਦਾ ਵਿਵਾਦ ਚੱਲਦਾ ਸੀਗਾ, ਉਹਦੇ ਵਿੱਚ ਇੱਕ ਅਚਾਨਕ ਖਬਰ ਆਉਂਦੀ ਹੈ ਕਿ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਸੋਨੀਆ ਗਾਂਧੀ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਉਹਨਾਂ ਦੀ ਮੀਟਿੰਗ ਕਰ ਰਹੇ ਆ, ਔਰ ਉਸ ਮੀਟਿੰਗ ਦੇ ਵਿੱਚ ਹਰੀਸ਼ ਰਾਵਤ ਉਹਨਾਂ ਜਿਹੜੇ ਪੰਜਾਬ ਦੇ ਪ੍ਰਭਾਰੀ ਸੀਗੇ ਉਹ ਵੀ ਮੌਜੂਦ ਸੀਗੇ। ਹਾਲਾਂਕਿ ਹਰੀਸ਼ ਰਾਵਤ ਉਹਨਾਂ ਨੇ ਬਾਹਰ ਆਉਣ ਤੋਂ ਬਾਅਦ ਇਹ ਜ਼ਰੂਰ ਕਿਹਾ ਸੀਗਾ ਕਿ ਇਹ ਪੰਜਾਬ ਦੀ ਰਾਜਨੀਤੀ ਦੇ ਉੱਤੇ ਕੋਈ ਬਹੁਤੀ ਡਿਸਕਸ਼ਨ ਨਹੀਂ ਹੋਈ। ਪ੍ਰਸ਼ਾਂਤ ਕਿਸ਼ੋਰ ਦਾ ਇਸ ਮੀਟਿੰਗ ਵਿੱਚ ਹੋਣਾ ਦੇਸ਼ ਦੀ ਰਾਜਨੀਤੀ ਦੇ ਉੱਤੇ ਗੱਲਬਾਤ ਦੇ ਉੱਤੇ ਸੰਕੇਤ ਦਿੰਦਾ ਹੈ। ਉਹ ਗੱਲ ਸਹੀ ਵੀ ਸੀਗੀ। ਤੁਸੀਂ ਇਹ ਦੇਖੋ ਕਿ ਪ੍ਰਸ਼ਾਂਤ ਕਿਸ਼ੋਰ ਉਹਨਾਂ ਕੁਝ ਦਿਨੋਂ ਪਹਿਲੇ ਐਨਸੀਪੀ ਦੇ ਚੀਫ
ਸ਼ਰਦ ਪਵਾਰ ਉਹਨਾਂ ਨੂੰ ਮਿਲਦੇ ਨੇ। ਫਿਰ ਉਹਨਾਂ ਦੀ ਮਮਤਾ ਬੈਨਰਜੀ ਉਹਨਾਂ ਨਾਲ ਇੱਕ ਮੀਟਿੰਗ ਹੁੰਦੀ ਹੈ। ਫਿਰ ਇੱਕ ਗੱਲ ਚੱਲਦੀ ਹੈ ਵੀ ਨੈਸ਼ਨਲ ਫਰੰਟ ਬੀਜੇਪੀ ਦੇ ਖਿਲਾਫ ਬਣਾਉਣ ਦੀ ਤਿਆਰੀਆਂ ਚੱਲ ਰਹੀ ਹੈ। ਇੱਥੇ ਤੱਕ ਕਿ ਇੱਕ ਫਾਰਮੂਲਾ ਵੀ ਡਿਕਲੇਅਰ ਹੁੰਦਾ ਹੈ ਜਿਹਦੇ ਵਿੱਚ ਕਿਹਾ ਜਾਂਦਾ ਹੈ ਵੀ ਪੂਰੇ ਭਾਰਤ ਦੇ ਵਿੱਚ 200 ਕੁ ਲੋਕ ਸਭਾ ਸੀਟਾਂ ਇੱਦਾਂ ਦੀ ਹੈਗੀ ਹੈ ਜਿੱਥੇ ਭਾਜਪਾ ਤੇ ਕਾਂਗਰਸ ਦਾ ਸਿੱਧਾ ਮੁਕਾਬਲਾ ਹੈ, ਔਰ ਬਾਕੀ ਦੀ ਸੀਟਾਂ ਦੇ ਉੱਤੇ ਖੇਤਰੀ ਦਲ ਯਾਨੀ ਰੀਜਨਲ ਪਾਰਟੀ ਉਹ ਬੜੀ ਸਟਰੋਂਗ ਹੈ। ਇਸ ਸਾਰੀ ਕਵਾਇਦ ਦੇ ਉੱਤੇ ਇੱਕ ਫਾਰਮੂਲਾ ਤਿਆਰ ਹੁੰਦਾ ਹੈ। ਖਬਰਾਂ ਛਪਦੀ ਹੈ ਕਿ ਸੋਨੀਆ ਗਾਂਧੀ ਦੇ ਨਾਲ ਉਹਨਾਂ ਦੀ ਬੜੀ ਛੇਤੀ ਮੀਟਿੰਗ ਹੋਏਗੀ ਔਰ ਉਹਦੇ ਵਿੱਚ ਤੈਅ ਕੀਤਾ ਜਾਏਗਾ ਕਿ ਪ੍ਰਸ਼ਾਂਤ ਕਿਸ਼ੋਰ ਦਾ ਰੋਲ ਅਗਰ ਉਹ ਕਾਂਗਰਸ ਜੁਆਇਨ ਕਰਦੇ ਨੇ ਤੇ ਉਹ ਕੀ ਹੋਏਗਾ। ਇੱਥੇ ਤੱਕ ਵੀ ਗੱਲ ਬਾਹਰ ਨਿਕਲ ਕੇ ਆਉਂਦੀ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਕੁਝ ਸ਼ਰਤਾਂ ਰੱਖੀਆਂ ਕਾਂਗਰਸ ਦੇ ਸਾਹਮਣੇ ਕਿ ਜੋ ਕੁਝ ਉਹ ਸਜੈਸ਼ਨ ਜਿੱਦਾਂ ਦੀ ਉਹ ਰਣਨੀਤੀ ਬਣਾਉਣਗੇ ਉਹ ਕਾਂਗਰਸ ਨੂੰ ਇੰਪਲੀਮੈਂਟ ਕਰਨੀ ਹੋਏਗੀ, ਤਾਂ ਹੀ ਕਰਕੇ ਇੱਕ ਏਕਾ, ਤਾਂ ਹੀ ਕਰਕੇ ਇੱਕ ਨੈਸ਼ਨਲ ਫਰੰਟ ਬੀਜੇਪੀ ਨੂੰ ਹਰਾਉਣ ਵਾਸਤੇ ਪੈਦਾ ਹੋ ਸਕਦਾ ਹੈ। ਇਹ ਸਾਰੀ ਗੱਲਾਂ ਤੋਂ ਬਾਅਦ ਅੱਜ ਉਹਨਾਂ ਦਾ ਰੈਜ਼ਿਗਨੇਸ਼ਨ ਆਉਣਾ, ਉਹ ਵੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਅਗਰ ਉਹ ਮੁੱਖ ਸਲਾਹਕਾਰ ਦੇ ਰੂਪ ਵਿੱਚ ਦੇਖੇ ਜਾਂਦੇ ਨੇ, ਉਹ ਕਿਸੇ ਨਾ ਕਿਸੇ ਜਗ੍ਹਾ ਜਿਹੜਾ ਉਹਨਾਂ ਦਾ ਨੈਸ਼ਨਲ ਰੋਲ ਹੈ ਉਹਨੂੰ ਬੜਾ ਛੋਟਾ ਜਿਹਾ ਕਰਦਾ ਹੈ। ਆਈਪੈਕ ਕੰਪਨੀ ਦੇ ਖਾਤੇ ਦੇ ਵਿੱਚ ਕਰੋੜੋਂ ਰੁਪਏ ਜਮ੍ਹਾਂ ਹੋ ਚੁੱਕੇ ਨੇ। ਕਿਹਾ ਜਾਂਦਾ ਹੈ ਕਿ ਵੀ ਮਮਤਾ ਬੈਨਰਜੀ ਤੋਂ ਵੀ ਉਹਨਾਂ ਨੇ 1000 ਕਰੋੜ 1200 ਕਰੋੜ ਲਿੱਤੇ। ਪਿਛਲੀ ਵਾਰ ਜਦ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਵਾਸਤੇ ਉਹ ਇੱਕ ਸਟ੍ਰੈਟਜਿਸਟ ਦੇ ਰੂਪ ਵਿੱਚ ਕੰਮ ਕਰ ਰਹੇ ਸੀਗੇ, ਉਹਨਾਂ ਨੇ ਹੀ ਨੈਰੇਟਿਵ ਸੈੱਟ ਕੀਤਾ ਸੀਗਾ ਕਾਫੀ ਵਿਦ ਕੈਪਟਨ, ਲੱਸੀ ਵਿਦ ਕੈਪਟਨ, ਘਰ ਘਰ ਕੈਪਟਨ, ਬਹੁਤ ਸਾਰੀ ਗੱਲਾਂ ਐਦਾਂ ਦੀ ਕੀਤੀ ਸੀ ਕਿ ਜਿਹਦੇ ਵਿੱਚ ਲੋਕਾਂ ਨੂੰ ਵਾਕਈ ਲੁਭਾਉਣ ਦੇ ਵਿੱਚ ਕਾਂਗਰਸ ਆ ਗਈ। ਹਾਂਜੀ, ਤੁਸੀਂ ਕੁਝ ਕਹਿ ਰਹੇ ਹੋ। ਤੁਸੀਂ ਭਾਸਕਰ ਸਾਹਿਬ ਠੀਕ ਕਹਿ ਰਹੇ ਹੋ, ਲੇਕਿਨ ਅਸੀਂ ਕੋਈ ਅੰਕੜਾ ਤਸਦੀਕ ਨਹੀਂ ਕਰਦੇ। ਇਹ ਸੁਣੀਆਂ ਸੁਣਾਈਆਂ ਗੱਲਾਂ ਜਿਹੜੀਆਂ ਭਾਸਕਰ ਸਾਹਿਬ ਨੇ ਵੀ ਕਿਹਾ ਕਿ ਸੁਣਿਆ ਹੈ ਜਾਂ ਕਿਹਾ ਜਾਂਦਾ ਹੈ ਕਿ ਇੰਨੇ 1000 ਕਰੋੜ ਜਾਂ ਕੁਝ ਵੀ, ਲੇਕਿਨ ਇੱਕ ਚੀਜ਼ ਬੜੀ ਅਹਿਮ ਆ, ਮੈਂ ਇਹਦੇ 'ਚ ਥੋੜਾ ਜਿਹਾ ਅੱਗੇ ਜਾਣਾ ਚਾਹੂੰਗਾ ਕਿਉਂਕਿ ਪੰਜਾਬ ਨੂੰ ਸਮਝਣ ਲਈ ਸਾਨੂੰ ਵਿਅਕਤੀ ਦੇ ਕਿਰਦਾਰ, ਉਹਦੇ ਕੰਮਕਾਜ, ਕਾਰਜਸ਼ੈਲੀ ਤੇ ਜਾਣਾ ਪਊਗਾ। ਤੇ ਭਾਸਕਰ ਸਾਹਿਬ ਜਦੋਂ ਮਮਤਾ ਬੈਨਰਜੀ ਲਈ ਕੰਮ ਕਰ ਰਹੇ ਸੀਗੇ, ਕੇਜਰੀਵਾਲ ਲਈ ਕੰਮ ਕਰ ਰਹੇ ਸੀ, ਨਤੀਸ਼ ਲਈ ਕੰਮ ਕਰ ਰਹੇ ਸੀ, ਪ੍ਰਸ਼ਾਂਤ ਕਿਸ਼ੋਰ ਮਮਤਾ ਨਾਲ ਕੰਮ ਕਰਦਿਆਂ ਬੀਜੇਪੀ ਨਾਲ ਉਹਨਾਂ ਦਾ ਸਿੱਧਾ ਪੇਚਾ ਪੈ ਜਾਂਦਾ ਤੇ ਫਿਰ ਉਹਨਾਂ ਨੂੰ, ਪ੍ਰਸ਼ਾਂਤ ਕਿਸ਼ੋਰ ਨੂੰ ਇਹ ਲੱਗਣ ਲੱਗਦਾ ਕਿ ਇਹ ਇਕੱਲੀ ਇੱਕ ਸਟੇਟ ਤੋਂ ਲੜਾਈ ਨਹੀਂ ਲੜੀ ਜਾਣੀ, ਲੜਾਈ ਵੱਡੀ ਆ ਤੇ ਮੈਨੂੰ ਧਿਰ ਬਣਨਾ ਪਊਗਾ। ਉਹਨਾਂ ਨੇ ਉਹ ਸਾਰੀਆਂ ਖੇਤਰੀ ਪਾਰਟੀਆਂ ਨੂੰ ਇਕੱਠੇ ਕਰਨ ਦੇ ਯਤਨ 'ਚ ਪ੍ਰਸ਼ਾਂਤ ਕਿਸ਼ੋਰ ਸ਼ਰਦ ਪਵਾਰ ਨੂੰ, ਜਿਵੇਂ ਤੁਸੀਂ ਦੱਸਿਆ, ਮਿਲਦੇ। ਉਹਨਾਂ ਨੇ ਜਦੋਂ ਉਹ ਮੀਟਿੰਗ ਅਰੇਂਜ ਕੀਤੀ ਕਿ ਇਕੱਠੇ ਹੋਣ ਤਾਂ ਕਾਂਗਰਸ ਉਹ ਤੋਂ ਪਾਸਾ ਵੱਟ ਗਈ। ਫਿਰ ਪ੍ਰਸ਼ਾਂਤ ਕਿਸ਼ੋਰ ਦੀ ਡਿਊਟੀ ਲਾਈ ਗਈ ਕਿ ਤੁਸੀਂ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਨੂੰ ਮਿਲੋ। ਜਦੋਂ ਪ੍ਰਸ਼ਾਂਤ ਕਿਸ਼ੋਰ ਉਹਨਾਂ ਨੂੰ ਮਿਲਦੇ ਆ, ਪਰਿਵਾਰ ਨੂੰ, ਸੋਨੀਆ ਗਾਂਧੀ ਔਰ ਬਾਕੀ ਪਰਿਵਾਰ ਨੂੰ, ਤੇ ਸੁਣਿਆ ਹੈ ਕਿ ਉਹਨਾਂ ਦੇ ਮੂਹਰੇ ਇਹ ਸ਼ਰਤ ਰੱਖੀ ਜਾਂਦੀ ਹੈ ਕਿ ਤੁਸੀਂ ਵੱਖ-ਵੱਖ ਪਾਰਟੀਆਂ ਲਈ ਕੰਮ ਕਰ ਰਹੇ ਹੋ, ਤੁਹਾਡੇ ਤੇ ਕਿਵੇਂ ਕੋਈ ਭਰੋਸਾ ਕਰੇ ਕਿ ਤੁਸੀਂ ਕਿਹਦੇ ਨਾਲ ਵਫਾਦਾਰ ਹੋਵੋਗੇ, ਭਾਵੇਂ ਤੁਸੀਂ ਪ੍ਰੋਫੈਸ਼ਨਲ ਹੋ, ਕਿਉਂ ਨਹੀਂ ਤੁਸੀਂ ਕਾਂਗਰਸ ਵਰਗੀ ਵੱਡੀ ਪਾਰਟੀ ਜੁਆਇਨ ਕਰਦੇ। ਜੇਕਰ ਤੁਸੀਂ ਬੀਜੇਪੀ ਨੂੰ ਹਰਾਉਣਾ ਚਾਹੁੰਦੇ ਹੋ ਤੇ ਤੁਸੀਂ, ਸਾਡਾ ਜਿਹੜਾ ਸਭ ਤੋਂ ਵੱਡਾ ਦਲ ਹੈ ਔਰ ਅਸੀਂ ਮੁੱਖ ਵਿਰੋਧੀ ਹਾਂ, ਤੁਸੀਂ ਸਾਨੂੰ ਜੁਆਇਨ ਕਰੋ। ਪ੍ਰਸ਼ਾਂਤ ਕਿਸ਼ੋਰ, ਤੁਸੀਂ ਠੀਕ ਕਹਿ ਰਹੇ ਹੋ, ਉਦੋਂ ਕੁਝ ਸ਼ਰਤਾਂ ਰੱਖਦੇ ਆ। ਪਹਿਲਾਂ ਕਾਂਗਰਸ ਲੀਡਰਸ਼ਿਪ ਸ਼ਰਤ ਰੱਖਦੀ ਹੈ ਕਿ ਤੁਸੀਂ ਸਾਨੂੰ ਜੁਆਇਨ ਕਰੋ ਤਾਂ ਕਿ ਅਸੀਂ ਤੁਹਾਨੂੰ ਫੁੱਲ ਫੇਥ ਨਾਲ ਅੱਗੇ ਵਧਾ ਸਕੀਏ। ਤੁਸੀਂ ਰਣਨੀਤੀ ਵੀ ਬਣਾਓ, ਅਸੀਂ ਸਾਥ ਦੇਣ ਨੂੰ ਤਿਆਰ ਹਾਂ, ਬਸ਼ਰਤੇ ਕਿ ਪਹਿਲਾਂ ਤੁਸੀਂ ਆਪਣੀ ਵਿਸ਼ਵਾਸਯੋਗਤਾ ਸਾਬਤ ਕਰੋ ਕਿ ਤੁਸੀਂ ਸੱਚਮੁੱਚ ਲੜਨਾ ਚਾਹੁੰਦੇ ਹੋ ਕਿ ਇਹ ਕੰਮ ਤੁਸੀਂ ਪੈਸੇ ਲਈ ਕਰਨਾ ਚਾਹੁੰਦੇ ਹੋ। ਇਹਦੇ ਵਿੱਚ ਜਦੋਂ ਇਹ ਇੱਥੋਂ ਤੱਕ ਗੱਲ ਪਹੁੰਚਦੀ ਹੈ ਤੇ ਫਿਰ ਗੱਲ ਅੱਗੇ ਤੁਰਦੀ ਹੈ ਕਿ ਪ੍ਰਸ਼ਾਂਤ ਕਿਸ਼ੋਰ ਸ਼ਰਤਾਂ ਨਾਲ ਕਾਂਗਰਸ ਜੁਆਇਨ ਕਰਨਾ ਮੰਨ ਜਾਂਦੇ ਆ, ਲੇਕਿਨ ਜੇ ਉਹ ਜੁਆਇਨ ਕਰਦੇ ਆ ਅਗਲੇ ਦਿਨ ਹੀ, ਜੇਕਰ ਉਹ ਕਾਂਗਰਸ 'ਚ ਸ਼ਾਮਲ ਹੁੰਦੇ ਆ, ਨੈਸ਼ਨਲ ਲੈਵਲ ਤੇ ਉਹਨਾਂ ਦੀ ਕੀ ਭੂਮਿਕਾ ਅਲੱਗ ਗੱਲ ਆ, ਲੇਕਿਨ ਕਿਉਂਕਿ ਜਿੰਨਾ ਸੂਬਿਆਂ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ ਤੇ ਉਹਨਾਂ ਦੀ ਟੀਮ ਨੇ ਕੰਮ ਕੀਤਾ, ਜਿੱਥੋਂ ਦੇ ਉਹ ਧਰਾਤਲ ਨੂੰ ਸਮਝਣ 'ਚ ਕਾਮਯਾਬ ਹੋਏ ਆ, ਪਿਛਲੇ 20 ਸਾਲਾਂ ਦੀਆਂ ਇਲੈਕਸ਼ਨਸ ਦਾ ਲੇਖਾ ਜੋਖਾ ਉਹਨਾਂ ਦੀ ਟਿਪਸ ਤੇ, ਮਤਲਬ ਉਹਨਾਂ ਦੇ ਕੰਪਿਊਟਰਸ ਦੇ ਵਿੱਚ ਪਿਆ। ਫਿਰ ਉਹ ਇੱਥੇ ਐਮਪੀ ਦੀਆਂ ਟਿਕਟਾਂ, ਐਮਪੀ ਸੀਟਸ ਲਈ ਟਿਕਟਾਂ ਲੋਕ ਸਭਾ ਲਈ ਉਹ ਫਾਈਨਲ ਕਰਨਗੇ, ਚਿਹਰਿਆਂ ਨੂੰ ਲੈ ਕੇ ਉਹ ਸੁਜੈਸਟ ਕਰਨਗੇ ਕਿ ਫਲਾਣੀ ਸੀਟ ਤੋਂ ਫਲਾਣਾ ਬੰਦਾ ਪ੍ਰਭਾਵੀ ਆ। ਐਮਐਲਏ ਜਿਹੜੇ ਉਹਨਾਂ ਨੂੰ ਟਿਕਟ ਦੇਣ ਲੱਗਿਆ ਪ੍ਰਸ਼ਾਂਤ ਕਿਸ਼ੋਰ ਦੇ ਸਰਵੇ ਧਿਆਨ 'ਚ ਰੱਖੇ ਜਾਣਗੇ। ਇਹਦਾ ਮਤਲਬ ਆਉਂਦੀ ਦੇ ਨਹੀਂ, ਜਿਹੜੇ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਰਹੇ ਸੀ ਕਿ ਪ੍ਰਸ਼ਾਂਤ ਕਿਸ਼ੋਰ ਦੀ ਟਿਕਟਾਂ ਦੇਣ 'ਚ ਕੋਈ ਭੂਮਿਕਾ ਨਹੀਂ, ਇਹਦਾ ਮਤਲਬ ਉਹ ਟਿਕਟਾਂ ਦੇਣ ਵਾਲੀ ਭੂਮਿਕਾ ਵੱਲ ਵੱਧ ਰਹੇ ਨੇ। ਪੰਜਾਬ ਦੇ ਦ੍ਰਿਸ਼ ਵਿੱਚ ਪ੍ਰਸ਼ਾਂਤ ਕਿਸ਼ੋਰ ਪਾਸੇ ਨਹੀਂ ਹੋ ਰਹੇ, ਅੱਗੇ ਨਾਲੋਂ ਵੱਡੇ ਹੋ ਰਹੇ ਆ। ਜਿਹੜੀ ਸਥਿਤੀ ਤੁਸੀਂ ਦੱਸੀ ਆ, ਜੋ ਤੁਸੀਂ ਦ੍ਰਿਸ਼ ਬਣਾਇਆ ਭਾਸਕਰ ਸਾਹਿਬ, ਉਹਦੇ 'ਚ ਇੰਝ ਲੱਗਦਾ ਕਿ ਹੁਣ ਪ੍ਰਸ਼ਾਂਤ ਕਿਸ਼ੋਰ ਕੈਪਟਨ ਅਮਰਿੰਦਰ ਸਿੰਘ ਔਰ ਸਿੱਧੂ ਲਈ ਏਜੰਡਾ ਸੈੱਟ ਕਰਨਗੇ।
ਟਿਕਟਾਂ ਲਈ ਚਿਹਰੇ ਸੈੱਟ ਕਰਨਗੇ, ਉਹ ਫੈਸਲੇ ਕਰਨਗੇ ਕਿ ਕਦੋਂ ਕਿਹੜੀ ਮੂਵ ਚਲਾਈ ਜਾਵੇ। ਸੋ ਪ੍ਰਸ਼ਾਂਤ ਕਿਸ਼ੋਰ ਬਾਹਰ ਨਹੀਂ ਹੋਏ, ਜ਼ਿਆਦਾ ਅੰਦਰ ਹੋਏ। ਕੀ ਕਹਿੰਦੇ ਹੋ? ਬਿਲਕੁਲ ਠੀਕ ਕਹਿ ਰਹੇ ਹੋ ਰੰਧਾਵਾ ਜੀ। ਔਰ ਜਿਸ ਤਰੀਕੇ ਨਾਲ ਤੁਸੀਂ ਸਾਰੀ ਗੱਲ ਨੂੰ ਐਕਸਪਲੇਨ ਕੀਤਾ ਹੈ, ਜੇ ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਮੁੱਖ ਸਲਾਹਕਾਰ ਦੇ ਰੂਪ ਵਿੱਚ ਹੀ ਰਹਿੰਦੇ ਤੇ ਉਹਨਾਂ ਦਾ ਰੋਲ ਬਹੁਤ ਲਿਮਿਟਡ ਸੀਗਾ, ਉਹ ਸਿਰਫ ਪੰਜਾਬ ਤੱਕ ਸੀਮਿਤ ਸੀਗਾ। ਹੁਣ ਉਹ ਨੈਸ਼ਨਲ ਲੈਵਲ ਤੇ ਇੱਕ ਲੀਡਰ ਵਜੋਂ ਉੱਭਰ ਰਹੇ ਨੇ, ਔਰ ਨੈਸ਼ਨਲ ਲੀਡਰ ਬਣਨ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਹੈ ਕਿ ਉਹ ਨਾ ਕੇਵਲ ਪੰਜਾਬ ਬਲਕਿ ਕਾਂਗਰਸ ਰੂਲਡ ਸਟੇਟਸ 3-4 ਜਿੰਨੀ ਵੀ ਹੈਗੀਆਂ ਉੱਥੇ, ਔਰ ਜਿੱਥੇ ਕਾਂਗਰਸ ਹਾਵੀ ਹੋ ਸਕਦੀ ਹੈ, ਕਾਂਗਰਸ ਦੀ ਸਰਕਾਰ ਆ ਸਕਦੀ ਹੈ ਉੱਥੇ, ਤੇ ਨਾਲੇ ਨੈਸ਼ਨਲ ਫਰੰਟ ਜਿਹੜਾ ਬਣਨ ਜਾ ਰਿਹਾ ਉਹਦੇ ਰੂਪ ਵਿੱਚ ਇੱਕ ਸੂਤਰਧਾਰ ਦਾ ਕੰਮ ਕਰਨਗੇ। ਉਹਨਾਂ ਦਾ ਰੋਲ ਜ਼ਬਰਦਸਤ ਤੇ ਬਹੁਤ ਵੱਡਾ ਹੋਏਗਾ, ਕਿਉਂਕਿ ਮਮਤਾ ਬੈਨਰਜੀ ਵਰਗੀ ਲੀਡਰ, ਖਾਸ ਕਰਕੇ ਵੈਸਟ ਬੰਗਾਲ ਇਲੈਕਸ਼ਨ ਜਿੱਤਣ ਤੋਂ ਬਾਅਦ ਜਦ ਕਿ ਬੀਜੇਪੀ ਨੇ ਆਪਣਾ ਪੂਰਾ ਜ਼ੋਰ ਲਾਤਾ ਸੀਗਾ, ਉਹਨਾਂ ਨੇ ਇਹ ਗੱਲ ਸਾਬਿਤ ਕਰਤੀ ਕਿ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ। ਕਿਉਂਕਿ ਬਹੁਤ ਸਾਰੀ ਪੋਲੀਟੀਕਲ ਪਾਰਟੀਆਂ ਅੱਜ ਇਹ ਮੰਨ ਚੁੱਕੀ ਸੀਗੀ ਕਿ ਬੜਾ ਮੁਸ਼ਕਿਲ ਹੈ ਅਗਲੇ 5-10 ਸਾਲ ਤੱਕ ਬੀਜੇਪੀ ਨੂੰ ਹਰਾਣਾ, ਪਰ ਇੱਕ ਆਸ ਪ੍ਰਸ਼ਾਂਤ ਕਿਸ਼ੋਰ ਨੇ ਜਗਾਈ ਹੈ, ਔਰ ਪ੍ਰਸ਼ਾਂਤ ਕਿਸ਼ੋਰ ਨੈਸ਼ਨਲ ਫਰੰਟ ਬਣਾਉਣ ਦੇ ਵਿੱਚ ਪੁਰਜੋਰ ਤਰੀਕੇ ਨਾਲ ਲੱਗੇ ਹੋਏ ਨੇ, ਔਰ ਉਹਨਾਂ ਨੇ ਆਪਣਾ ਰੋਲ ਵੱਡਾ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਰੂਪ ਵਿੱਚ। ਅੱਛਾ, ਮੈਨੂੰ ਭਾਸਕਰ ਸਾਹਿਬ ਇਹਦੇ ਚ ਐਡ ਕਰ ਦਿਓ, ਜਿਹੜਾ ਸਵਾਲ ਬੜਾ ਅਹਿਮ ਆ ਕਿ ਵੱਡੀ ਭੂਮਿਕਾ 'ਚ ਪ੍ਰਸ਼ਾਂਤ ਕਿਸ਼ੋਰ ਕੈਪਟਨ ਅਮਰਿੰਦਰ ਸਿੰਘ ਨੂੰ ਫੇਵਰ ਕਰਨਗੇ ਜਾਂ ਸਿੱਧੂ ਨੂੰ ਅੱਗੇ ਵਧਾਉਣਗੇ? ਪੰਜਾਬ ਦੀ ਰਾਜਨੀਤੀ ਕਿਵੇਂ ਅੱਗੇ ਵਧੂਗੀ? ਕਿਉਂਕਿ ਪਿਛਲੀ ਇਲੈਕਸ਼ਨ 'ਚ ਕੈਪਟਨ ਅਮਰਿੰਦਰ ਸਿੰਘ ਨੇ ਪੇ ਕੀਤਾ ਹੋਊਗਾ, ਕੁਦਰਤੀ ਕਾਂਗਰਸ ਇੰਨੇ ਪੈਸੇ ਪੇ ਨਹੀਂ ਕਰਦੀ ਹੁੰਦੀ। ਕੈਪਟਨ ਅਮਰਿੰਦਰ ਸਿੰਘ ਨੇ ਉਹ ਫੰਡ ਜੁਟਾਏ ਹੋਣਗੇ ਜਿਹੜੇ ਉਹਨਾਂ ਦੀ ਆਈਪੈਕ ਨੂੰ ਦਿੱਤੇ ਹੋਣਗੇ 17 ਵਾਲੇ, ਤੇ ਹੁਣ ਵੀ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਜ਼ਿਆਦਾ ਸਮਰੱਥ ਹੋਣ, ਉਹਨਾਂ ਨੇ 4.5 ਸਾਲ ਸਰਕਾਰ ਚਲਾ ਲਈ ਆ, ਉਹਨਾਂ ਦੇ ਰਿਸੋਰਸਿਸ ਜ਼ਿਆਦਾ ਹੋਣਗੇ ਸਿੱਧੂ ਨਾਲੋਂ, ਜੇ ਐਵੇਂ ਹੀ ਕਾਟੋ ਕਲੇਸ਼ ਚੱਲਦਾ ਹੈ। ਲੇਕਿਨ ਜੇ ਸਿੱਧੂ ਨੂੰ ਪ੍ਰਸ਼ਾਂਤ ਕਿਸ਼ੋਰ ਪ੍ਰਧਾਨ ਬਣਾਉਣ 'ਚ ਕਾਮਯਾਬ ਹੋ ਗਏ ਆ, ਇਹਦਾ ਮਤਲਬ ਸਿੱਧੂ ਤੇ ਦਾ ਖੇਡਣਾ ਪ੍ਰਸ਼ਾਂਤ ਕਿਸ਼ੋਰ ਜ਼ਿਆਦਾ ਪਸੰਦ ਕਰਨਗੇ। ਲੇਕਿਨ ਕੈਪਟਨ ਨਾਲ ਰਿਸ਼ਤੇ ਵੀ ਕੋਈ ਵਿਗੜੇ ਹੋਏ ਨਹੀਂ, ਦਿੱਲੀ 'ਚ ਪਿੱਛੇ ਹੀ ਉਹ ਮਿਲੇ ਨੇ, ਘੰਟਾ ਡੇਢ ਮਿਲੇ ਨੇ। ਇਹਦਾ ਮਤਲਬ ਹੈ ਕਿ ਅਗਲੇ ਦਿਨਾਂ ਦੇ ਸਮੀਕਰਨ ਸਮਝਣੇ ਦਿਲਚਸਪ ਹੋਣਗੇ। ਕੀ ਕਹਿੰਦੇ ਹੋ? ਬਿਲਕੁਲ ਠੀਕ ਕਹਿ ਰਹੇ ਹੋ ਰੰਧਾਵਾ ਜੀ ਤੁਸੀਂ। ਜੋ ਕੁਝ ਹੋਇਆ ਖਾਸ ਕਰਕੇ ਸਿੱਧੂ ਬਨਾਮ ਕੈਪਟਨ ਵਿਵਾਦ ਦੇ ਵਿੱਚ, ਉਹਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਇਹ ਗੱਲ ਸਮਝ ਆਉਂਦੀ ਹੈ ਕਿ ਇਹ ਸਾਰਾ ਕੁਝ ਸਕ੍ਰਿਪਟਡ ਸੀਗਾ। ਕਿਉਂਕਿ ਇੱਕ ਜਗ੍ਹਾ ਤੁਹਾਨੂੰ ਇਹ ਖਬਰ ਵੀ ਪੜ੍ਹਨ ਨੂੰ ਮਿਲੀ ਹੋਏਗੀ ਜਿਹਦੇ ਵਿੱਚ ਇਹ ਗੱਲ ਕਹੀ ਸੀ ਕਿ ਸਿੱਧੂ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਹੈ, ਉਹਦਾ ਬੇਸ ਹੈਗਾ ਇੱਕ ਸਰਵੇ ਰਿਪੋਰਟ ਜਿਹੜੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੇ ਕੀਤੀ ਸੀਗੀ, ਔਰ ਉਸ ਟੀਮ ਨੇ ਇਹ ਗੱਲ ਦੱਸੀ ਸੀਗੀ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਲੋਕਪ੍ਰਿਯਤਾ ਸਿੱਧੂ ਦੀ ਲੋਕਪ੍ਰਿਯਤਾ ਤੋਂ ਕਾਫੀ ਘੱਟ ਹੈਗੀ ਹੈ। ਜੇ ਅਗਲੇ 2022 ਦੇ ਇਲੈਕਸ਼ਨ ਦੇ ਵਿੱਚ ਆਪਾਂ ਸੀਐਮ ਦਾ ਚਿਹਰਾ ਚੇਂਜ ਕਰਦੇ ਹਾਂ ਤੇ ਕਾਂਗਰਸ ਨੂੰ ਫਾਇਦਾ ਹੋ ਸਕਦਾ ਹੈ। ਔਰ ਖਾਸ ਕਰਕੇ ਉਹ 3 ਮੁੱਦੇ, ਬੇਅਦਬੀਆਂ ਦੇ, ਡਰੱਗ ਦੇ ਮੁੱਦੇ ਤੇ ਪੀਪੀਏ ਐਗਰੀਮੈਂਟ ਦੀ ਗੱਲ ਜਾਂ ਕਿਸਾਨੀ ਮੁੱਦੇ, ਇਹ 4 ਮੁੱਦਿਆਂ ਦੇ ਉੱਤੇ ਜੇ ਇਸ ਟਾਈਮ ਫੇਸ ਚੇਂਜ ਕਰਦੇ ਨੇ ਤੇ ਉਹਦੇ ਵਿੱਚ ਕਾਂਗਰਸ ਦੇ ਦੁਬਾਰਾ ਆਉਣ ਦੀ ਉਮੀਦ ਪਹਿਲੇ ਤੋਂ ਕਾਫੀ ਜ਼ਿਆਦਾ ਹੋ ਜਾਂਦੀ ਹੈ। ਔਰ ਜਦ ਉਹ ਨੈਸ਼ਨਲ ਲੈਵਲ ਤੇ ਕੰਮ ਕਰਨਗੇ ਤੇ ਇਸ ਰਾਜਨੀਤੀ ਨੂੰ ਅੱਗੇ ਲੈ ਜਾਂਦੇ ਹੋਏ ਜੇ ਸਿੱਧੂ ਉਹਨਾਂ ਦੀ ਪੀਪੀਸੀਸੀ ਦੀ ਇੰਸਟਾਲੇਸ਼ਨ ਦੇ ਪਿੱਛੇ ਅਗਰ ਪ੍ਰਸ਼ਾਂਤ ਕਿਸ਼ੋਰ ਦੀ ਸਕ੍ਰਿਪਟ ਹੈਗੀ ਹੈ ਤੇ ਉਸ ਤੋਂ ਅੱਗੇ ਦੀ ਵੀ ਸਕ੍ਰਿਪਟ ਤਿਆਰ ਹੋਣੀ ਹੈ। ਪਰ ਮਸਲਾ ਇੱਥੇ ਇਹ ਖੜਾ ਹੈ ਕਿ ਸਿੱਧੂ ਉਹਨਾਂ ਜਿਸ ਗਰਮਜੋਸ਼ੀ ਦੇ ਨਾਲ ਪ੍ਰਧਾਨ ਬਣੇ ਸੀਗੇ, ਉਸ ਗਰਮਜੋਸ਼ੀ ਨੂੰ ਕਿੰਨੀ ਦੇਰ ਤੱਕ ਕਾਇਮ ਰੱਖ ਸਕਦੇ ਨੇ? ਉਸ ਠੋਕੋ ਤਾਲੀ ਵਾਲੀ ਰਾਜਨੀਤੀ ਦੇ ਵਿੱਚ ਕਿੱਦਾਂ ਤਾਲੀ ਵਜਾਉਣ ਵਾਸਤੇ ਲੋਕਾਂ ਨੂੰ ਮਜਬੂਰ ਕਰ ਸਕਦੇ ਨੇ? ਕਿਉਂਕਿ ਸਿਰਫ ਗੱਲਾਂ ਦੇ ਸਹਾਰੇ ਰਾਜਨੀਤੀ ਨਹੀਂ ਚੱਲਦੀ, ਐਕਸ਼ਨ ਚਾਹੀਦੇ ਹੈ। ਔਰ ਉਹ ਐਕਸ਼ਨ ਹਜੇ ਤੱਕ ਨਾ ਸਿੱਧੂ ਦੇ ਦਬਾਅ ਦੇ ਵਿੱਚ ਕੈਪਟਨ ਸਾਹਿਬ ਦੇ ਵਿੱਚ ਨਜ਼ਰ ਆ ਰਹੇ ਨੇ, ਕਿਉਂਕਿ ਕੁਝ ਮੁੱਦਿਆਂ ਤੇ ਕੁਝ ਗੱਲਾਂ ਜ਼ਰੂਰ ਹੋਈਆਂ, ਪਰ ਜਿੰਨੀ ਵੀ ਗੱਲਾਂ ਹੋਈਆਂ, ਜਿੰਨੇ ਵੀ ਐਕਸ਼ਨ ਹੋਏ ਨੇ, ਉਹ ਇੱਦਾਂ ਲੱਗਦਾ ਹੈ ਸਿਰਫ ਅੱਖਾਂ ਦੇ ਵਿੱਚ ਧੁੱਲ ਚੋਕਣ ਵਾਲੇ ਨੇ। ਭਾਵੇਂ ਉਹ ਪੀਪੀਏ ਐਗਰੀਮੈਂਟ ਦੇ ਉੱਤੇ ਇੱਕ ਪੀਐਸਪੀਸੀਐਲ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਚਿੱਠੀ, ਜਾਂ ਫਿਰ ਜਿਹੜੇ ਅਨੁਰਾਗ ਅਗਰਵਾਲ ਹੈਗੇ ਨੇ ਐਡੀਸ਼ਨਲ ਹੋਮ ਸੈਕਟਰੀ, ਉਹਨਾਂ ਦੀ ਹਰਪ੍ਰੀਤ ਸਿੱਧੂ ਉਹਨਾਂ ਨੂੰ ਇੱਕ ਚਿੱਠੀ ਕਿ ਡਰੱਗ ਦੇ ਮੁੱਦੇ ਤੇ ਤੁਸੀਂ 3-4 ਸਾਲ ਤੱਕ ਕਿਉਂ ਕੁਝ ਨਹੀਂ ਕੀਤਾ? ਕਿਉਂਕਿ ਇਹ ਬਲੇਮ ਪਹਿਲੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਉੱਤੇ ਸੀਗਾ। ਪੀਐਸਪੀਸੀਐਲ ਦਾ ਪੀਪੀਏ ਐਗਰੀਮੈਂਟ ਨੂੰ ਰੱਦ ਨਾ ਕਰਨਾ ਜਾਂ ਨਾ ਰੱਦ ਕਰ ਪਾਣਾ, ਇਹਦਾ ਵੀ ਬਲੇਮ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਉੱਤੇ ਸੀਗਾ। ਬੇਅਦਬੀਆਂ ਦੇ ਮੁੱਦੇ ਤੇ ਹਜੇ ਤੱਕ ਕੋਈ ਫੈਸਲਾ ਨਾ ਹੋਣਾ
ਔਰ ਸੁਮੇਧ ਸਿੰਘ ਸੈਣੀ ਉਹਨਾਂ ਦੇ ਘਰ ਪਿਛਲੇ 2-3 ਦਿਨਾਂ ਤੋਂ ਲਗਾਤਾਰ ਰੇਡ ਪੈਣੀ, ਉਹ ਰੇਡ ਦੇ ਵਿੱਚ ਮਿਸ ਐਪਰੋਪਰੀਏਸ਼ਨ ਆਫ ਐਸੈਟ ਦਾ ਕੇਸ ਤੇ ਨਜ਼ਰ ਆਣਾ, ਪਰ ਗੋਲੀ ਕਾਂਡ ਦੇ ਬਾਰੇ ਚ ਹਜੇ ਤੱਕ ਕੋਈ ਸਿੱਟੇ ਤੱਕ ਨਾ ਪਹੁੰਚ ਪਾਣਾ, ਕਿਸੇ ਨਾ ਕਿਸੇ ਜਗ੍ਹਾ ਇਸ਼ੂਜ਼ ਨੂੰ ਡਾਈਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੇ ਵਿੱਚ ਸਿੱਧੂ ਉਹਨਾਂ ਨੂੰ ਕੋਈ ਬਹੁਤਾ ਫਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਸਿੱਧੂ ਉਹਨਾਂ ਹਜੇ ਮੋਗੇ ਦੇਖੇ ਜਾਂਦੇ ਨੇ, ਕਦੀ ਉਹ ਘਨੌਰ ਦੇਖੇ ਜਾਂਦੇ ਨੇ, ਜਾਂ ਫਿਰ ਚਮਕੌਰ ਸਾਹਿਬ ਦੇਖੇ ਜਾਂਦੇ ਨੇ। ਇੱਥੇ ਤੇ ਜਿਹੜੇ ਲੋਕਾਂ ਨੇ, ਜਿਹੜੇ ਐਮਐਲਏ ਨੇ, ਜਿਹੜੇ ਮੰਤਰੀਆਂ ਨੇ ਸਿੱਧੂ ਦਾ ਸਾਥ ਦਿੱਤਾ, ਅੱਜ ਉਹ ਸਿੱਧੂ ਉਹਨਾਂ ਦੇ ਨਾਲ ਖੜੇ ਹੋਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਨੇ। ਤੁਸੀਂ ਦੇਖਿਆ ਹੋਵੇਗਾ ਕੱਲ ਪ੍ਰੈਸ ਕਾਨਫਰੰਸ ਜਦ ਹੋ ਰਹੀ ਸੀਗੀ ਜਲਾਲਪੁਰ ਉਹਨਾਂ ਦੇ ਘਰ, ਤੇ ਚੰਨੀ ਉਹਨਾਂ, ਰੰਧਾਵਾ ਉਹਨਾਂ ਬਾਰ-ਬਾਰ ਇੱਕ ਗੱਲ ਕਹਿ ਰਹੇ ਸੀਗੇ ਕਿ ਵੀ ਸਾਡੇ ਪ੍ਰਧਾਨ ਜੀ ਇਹ ਕੰਮ ਕਰਾ ਕੇ ਰਹਿਣਗੇ। ਜਿੱਦਾਂ ਪੰਜਾਬੀ 'ਚ ਕਹਿੰਦੇ ਆ ਨਾ ਕਿ ਵੀ ਜੇ ਤੂੰ ਮੈਨੂੰ ਕੁੱਟਿਆ ਤੇ ਕੋਈ ਗੱਲ ਨਹੀਂ, ਜੇ ਮੇਰੇ ਭਰਾ ਨੂੰ ਹੱਥ ਲਾ ਕੇ ਦਿਖਾ ਫਿਰ ਦੇਖਾਂਗੇ, ਤੇ ਉਹ ਭਰਾ ਕੁੱਟਿਆ ਜਾਂਦਾ ਹੈ। ਤੇ ਉਹ ਚੀਜ਼ ਜਿਹੜੀ ਹੈ ਕੱਲ ਵੀ ਨਜ਼ਰ ਆਈ ਹਰ ਗੱਲ ਦੇ ਉੱਤੇ, ਭਾਵੇਂ ਚੰਨੀ ਉਹਨਾਂ ਹੋਣ, ਭਾਵੇਂ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਹੋਣ, ਉਹ ਹਮੇਸ਼ਾ ਇਸ ਗੱਲ ਤੋਂ ਗੱਲ ਸ਼ੁਰੂ ਕਰ ਰਹੇ ਸੀਗੇ ਕਿ ਹੁਣ ਸਿੱਧੂ ਸਾਹਿਬ ਆ ਗਏ ਨੇ, ਸਿੱਧੂ ਸਾਹਿਬ ਇਹ ਕਰਾ ਦੇਣਗੇ। ਸਿੱਧੂ ਸਾਹਿਬ ਦੇ ਹੁੰਦੇ ਕੋਈ ਗਲਤ ਗੱਲ ਹੋਈ, ਸਿੱਧੂ ਸਾਹਿਬ ਬਰਦਾਸ਼ਤ ਨਹੀਂ ਕਰਨਗੇ। ਉਹ ਆਪਣੇ ਆਪ ਨੂੰ ਉਹਦੇ ਵਿੱਚ ਧਿਰ ਨਹੀਂ ਬਣਾਉਣਾ ਚਾਹੁੰਦੇ, ਪਰ ਚਲੋ ਇਹ ਪੋਲਿਟਿਕਸ ਹੁੰਦੀ ਹੈ। ਔਰ ਇਹ ਰਾਜਨੀਤੀ ਪ੍ਰਸ਼ਾਂਤ ਕਿਸ਼ੋਰ ਤੋਂ ਲੈ ਕੇ ਸਿੱਧੂ ਸਾਹਿਬ ਤੱਕ ਚੱਲ ਰਹੀ ਹੈ, ਔਰ ਅੱਗੇ ਚੱਲ ਕੇ ਸਿੱਧੂ ਸਾਹਿਬ ਜੋ ਪ੍ਰਸ਼ਾਂਤ ਕਿਸ਼ੋਰ ਦੀ ਤਾਰੀਫ ਆਪਣੀ ਸੀਰੀਜ਼ ਆਫ ਇੰਟਰਵਿਊ ਦੇ ਵਿੱਚ ਕਰਦੇ ਨੇ ਕਿ 60 ਵਾਰ ਘੱਟ ਤੋਂ ਘੱਟ ਮੈਨੂੰ ਆ ਕੇ ਉਹ ਮਿਲੇ ਸੀਗੇ, ਔਰ ਉਹ ਬੰਦਾ ਯਾਰ ਇਦਾਂ ਦਾ ਹੈਗਾ ਜਿਹਦੇ ਤੇ ਯਕੀਨ ਕਰਨ ਦਾ ਦਿਲ ਕਰਦਾ ਹੈ। ਜੋ ਇਹ ਸੈਂਟੈਂਸ ਬੋਲਿਆ ਸੀ ਨਾ, ਉੱਥੋਂ ਵੀ ਇਹ ਸਕ੍ਰਿਪਟ ਦੀ ਇੱਕ ਤਰੀਕੇ ਨਾਲ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਵੀ ਇੱਦਾਂ ਦੀ ਸਕ੍ਰਿਪਟ ਲਿਖੀ ਜਾ ਰਹੀ ਹੈ ਜਿਹਦੇ ਕਰਕੇ ਸਿੱਧੂ ਦਾ ਅਗਲਾ ਰੋਲ ਤੈਅ ਹੋਣਾ ਹੈ। ਔਰ ਰੋਲ ਤੇ ਤੈਅ ਹੋ ਗਿਆ। ਹੁਣ 2022 ਤੋਂ ਪਹਿਲੇ ਆ ਯੂਨਿਟ ਫਰੀ ਕਰਨ ਦੀ ਗੱਲ ਹੋਏ, ਜਾਂ ਬੇਅਦਬੀਆਂ ਦੇ ਮੁੱਦੇ ਦੀ ਗੱਲ ਹੋਏ, ਜਾਂ ਡਰੱਗ ਦੇ ਮੁੱਦੇ ਦੀ ਗੱਲ ਹੋਏ, ਗੱਲ ਕਿੱਥੇ ਤਲਕ ਜਾਂਦੀ ਹੈ ਆਹ ਦੇਖਣ ਦੀ ਗੱਲ ਹੈ। ਭਾਸਕਰ ਸਾਹਿਬ, ਜਦੋਂ ਨਵਜੋਤ ਸਿੰਘ ਸਿੱਧੂ ਪਾਪੂਲਰ ਫੇਸ ਸੀਗੇ, ਭਾਵੇਂ ਕਮੈਂਟੇਟਰ ਵਜੋਂ, ਭਾਵੇਂ ਲਾਫਟਰ ਚੈਲੰਜ ਵਜੋਂ, ਭਾਵੇਂ ਕ੍ਰਿਕਟਰ ਵਜੋਂ, ਤਾਂ ਸਿੱਧੂ ਕੋਲੇ ਇੱਕ ਸਪੇਸ ਸੀਗੀ ਆਪਣੀ ਭੂਮਿਕਾ ਦੇ ਵਿੱਚ ਅੱਗੇ ਵਧਣ ਦੀ। ਜਦੋਂ ਤੁਸੀਂ ਵਿਰੋਧ ਕਰਦੇ ਹੋ ਤੁਹਾਡੇ ਕੋਲ ਕਾਫੀ ਆਪਸ਼ਨਸ ਹੁੰਦੀਆਂ ਨੇ, ਲੋਕ ਤਾੜੀ ਮਾਰਦੇ ਆ, ਲੇਕਿਨ ਜਦੋਂ ਤੁਸੀਂ ਜ਼ਿੰਮੇਵਾਰੀ 'ਚ ਆ ਜਾਂਦੇ ਹੋ ਫਿਰ ਤੁਹਾਨੂੰ ਕਈ ਪੱਖ ਧਿਆਨ 'ਚ ਰੱਖਣੇ ਪੈਂਦੇ ਆ। ਸਿੱਧੂ ਲਈ ਵੀ ਉਹੀ ਸਥਿਤੀ ਆ ਚੁੱਕੀ ਆ। ਅੱਜ ਤੱਕ ਉਹ ਬਿਨਾਂ ਜ਼ਿੰਮੇਵਾਰੀ ਗ੍ਰਹਿਣ ਕੀਤਿਆਂ ਸਦਾ ਚੌਕੇ ਛੱਕੇ ਮਾਰਦੇ ਸੀ। ਹੁਣ ਉਹਨਾਂ ਦੇ ਭਾਸ਼ਣਾਂ 'ਚ ਰੈਪੀਟੀਸ਼ਨ ਦੀ ਬਦਬੂ ਆਊਗੀ ਤਾਂ ਲੋਕ ਉਕਤਾਉਣਗੇ। ਹੁਣ ਸਿੱਧੂ ਜਦੋਂ ਕਾਂਗਰਸ ਨੂੰ ਡਿਫੈਂਡ ਕਰਨਗੇ ਤਾਂ ਲੋਕ ਉਕਤਾਉਣਗੇ। ਹੁਣ ਜਦੋਂ ਸਿੱਧੂ ਆਪਣੇ ਸੰਗਠਨ ਦੀ ਗੱਲ ਕਰਨਗੇ, ਪੰਜਾਬ ਦੇ ਮੁੱਦਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨਗੇ, ਲੋਕ ਨਾਲ ਹੀ ਉਹਨਾਂ ਦੀ ਪਾਰਟੀ ਦਾ ਮੁਲਾਂਕਣ ਕਰਨਗੇ ਕਿ ਇਹਨਾਂ ਨੇ ਪਿਛਲੇ 30 ਸਾਲਾਂ 'ਚ ਕੀ ਕੀਤਾ। ਬਹੁਤ ਅਹਿਮ ਸਵਾਲ ਉੱਠਣਗੇ। 84 ਵੀ ਹੋਊਗਾ, ਹੁਣ ਤੱਕ ਆਉਂਦਿਆਂ ਬੇਅਦਬੀ ਵੀ। ਹੁਣ ਸਾਰੇ ਮਸਲਿਆਂ 'ਚ ਸਿੱਧੂ ਉੱਤੇ ਇੱਕ ਵੱਡਾ ਬੋਝ ਹੈ। ਸਵਾਲ ਇਹ ਹੈ, ਜਿਹੜੇ ਐਮਐਲਏ ਨਾਲ ਲੈ ਕੇ ਤੁਰਨੇ ਆ, ਦੇਰ ਸਵੇਰ ਉਹਨਾਂ ਤੇ ਇਲਜ਼ਾਮ ਆਉਣੇ ਆ, ਉਹਨਾਂ ਦੇ ਵਿਰੋਧੀ 2-2, 3-3, 4-4 ਨੇ ਜਿਨ੍ਹਾਂ ਨੇ ਉਹਨਾਂ ਦੇ ਖਿਲਾਫ ਇਲੈਕਸ਼ਨਸ ਲੜਨੀਆਂ, ਕਿੱਥੇ ਡਿਫੈਂਡ ਕਰਨਗੇ ਸਿੱਧੂ? 5-4 ਦਿਨਾਂ 'ਚ ਥੱਕੇ ਹੋਏ ਨਜ਼ਰ ਆਉਂਦੇ ਨੇ। ਜੇ ਸਿੱਧੂ ਇਕੱਲਿਆਂ ਤੁਰਦੇ, ਪੰਜਾਬੀ ਦੇ ਸੁਹਿਰਦ ਲੋਕਾਂ ਨੂੰ, ਪੰਜਾਬ ਦੇ ਸੁਹਿਰਦ ਚਿਹਰਿਆਂ ਨੂੰ ਲੈ ਕੇ ਤੁਰਦੇ, ਮੁੱਦਿਆਂ ਦੀ ਰਾਜਨੀਤੀ ਕਰਦੇ, ਸਿੱਧੂ ਹੀਰੋ ਹੁੰਦੇ। ਅੱਜ ਸਿੱਧੂ ਕਾਂਗਰਸ ਦੇ ਜਰਨੈਲ ਤਾਂ ਹੈਗੇ ਆ, ਲੇਕਿਨ ਉਸ ਕਾਂਗਰਸ ਦੇ ਜਿੰਨੇ ਗੁਨਾਹ ਨੇ ਉਹ ਸਾਰੇ ਦੇ ਸਾਰੇ ਢੋ ਵੀ ਰਹੇ ਨੇ ਨਾਲ। ਬੜਾ ਔਖਾ ਹੁੰਦਾ ਇੰਨੀਆਂ ਜ਼ਿੰਮੇਵਾਰੀਆਂ ਤੇ ਬੋਝਲ ਪੰਡ ਨੂੰ ਲੈ ਕੇ ਬੋਝਲ ਕਦਮਾਂ ਨਾਲ ਅੱਗੇ ਵਧਣਾ। ਲੋਕ ਕਿੰਨਾ ਯਕੀਨ ਕਰਨਗੇ ਇਹ ਦੇਖਣਾ ਹੋਊਗਾ। ਲੇਕਿਨ ਮੈਂ ਜਾਂਦੇ ਤੁਹਾਡੇ ਤੋਂ ਇਹ ਪੁੱਛਣਾ ਹੈ ਕਿ ਇਸ ਕਵਾਇਦ ਨੂੰ 6 ਮਹੀਨੇ ਅੱਗੇ ਚਲਾਉਣਾ, ਪਸੀਨੇ ਨਿਕਲਣੇ ਆ, ਦੌੜਾਂ ਲੱਗਣੀਆਂ ਨੇ, ਖਰਚੇ ਹੋਣੇ ਨੇ। ਨਵਜੋਤ ਸਿੰਘ ਸਿੱਧੂ ਜਿਹੜੇ ਆਦੀ ਨਹੀਂ ਗੇ ਇਸ ਤਰ੍ਹਾਂ ਦੀ ਕੰਪੇਨ ਲਗਾਤਾਰ ਚਲਾਉਣ ਦੇ, ਉਹ ਕਦੇ ਮਹੀਨੇ 15 ਦਿਨੀ ਜਾਂ 20 ਦਿਨੀ ਆਉਣ ਵਾਲੇ ਆ। ਉਹ ਆਪਣੀ ਇਲੈਕਸ਼ਨ ਕੰਪੇਨ ਵੀ ਅਕਸਰ 15 ਦਿਨ ਤੋਂ ਵੱਧ ਨਹੀਂ ਚਲਾਉਂਦੇ ਰਹੇ। ਤੁਸੀਂ ਇਤਿਹਾਸ ਕੱਢ ਕੇ ਦੇਖ ਲਓ। ਉਹ ਪਾਰਲੀਮੈਂਟ 'ਚ ਵੀ ਰੈਗੂਲਰ ਬਹੁਤ ਜ਼ਿਆਦਾ ਜਾ ਕੇ ਨਹੀਂ ਬੋਲਦੇ ਰਹੇ। ਸਿੱਧੂ ਮੌਕਾ ਬਮੌਕਾ ਪ੍ਰਗਟ ਹੁੰਦੇ ਰਹੇ ਆ, ਔਰ ਉਹਨਾਂ ਨੂੰ ਬਹੁਤੀ ਮਿਹਨਤ ਦੀ ਲੋੜ ਨਹੀਂ। ਉਹ 5-10 ਦਿਨਾਂ ਬਾਅਦ ਤਿਆਰੀ ਕਰਕੇ ਕੋਈ ਗੱਲ ਕਰਦੇ ਆ ਤੇ ਸੋਹਣੀ ਕਰਦੇ ਆ। ਲੇਕਿਨ ਹੁਣ ਹਰ ਦਿਨ ਦੌੜ ਲਾਉਣੀ ਪਊਗੀ। ਉਸ ਦੌੜ ਦੇ ਵਿੱਚ ਜਿਹੜੀ ਮੈਰਾਥਨ ਵਰਗੀ ਆ, ਉਹਦੇ ਵਿੱਚ ਬਹੁਤ ਉਲਝਣਾਂ ਤੇ ਹਰਡਲਸ ਹੋਣਗੀਆਂ। ਅਗਲੇ ਦਿਨਾਂ ਦੇ ਵਿੱਚ ਇਸ ਕਵਾਇਦ ਨੂੰ ਕਿਵੇਂ ਵੇਖ ਰਹੇ ਹੋ? ਜੀ ਮੈਨੂੰ ਲੱਗਦਾ, ਹਾਂ ਭਾਸਕਰ ਸਾਹਿਬ, ਵੱਡੀ ਗੱਲ ਜੇ ਸਿੱਧੂ ਉਹਨਾਂ ਦੇ ਨਜ਼ਦੀਕੀ ਐਮਐਲਏ ਦੀ ਗੱਲ ਕਰੀਏ,
ਹਾਂਜੀ, ਜੇ ਜੀ। ਆਪਾਂ ਸਿੱਧੂ ਉਹਨਾਂ ਦੇ ਨਜ਼ਦੀਕੀ ਐਮਐਲਏਆਂ ਦੀ ਗੱਲ ਕਰੀਏ ਤੇ ਉਹ ਵੀ ਇੱਕ ਗੱਲ ਕਹਿੰਦੇ ਹੁੰਦੇ ਕਿ ਸਿੱਧੂ ਉਹਨਾਂ ਨੂੰ ਕਿਸੇ ਗੱਲ ਵਾਸਤੇ ਸਮਝਾਉਣਾ ਬੜਾ ਔਖਾ ਹੈ। ਹੂੰ। ਸਾਡੀ ਵੀ ਕਈ ਵਾਰ ਗੱਲ ਹੋਈ ਵੀ ਸਿੱਧੂ ਉਹਨਾਂ ਨੂੰ ਹੁਣ ਇਸ ਰਾਜਨੀਤੀ ਤੋਂ ਨਿਕਲਣਾ ਪਏਗਾ, ਠੋਕੋ ਤਾਲੀ, ਖਟਾਕ, ਬਾਤ ਖਤਮ। ਹੁਣ ਇਹ ਡਾਇਲੌਗਸ ਚਲੋ ਚੰਗੇ ਲੱਗਦੇ ਸੀਗੇ ਤਦ ਤੱਕ ਜਦ ਉਹ ਇੱਕ ਸਟਾਰ ਕੈਂਪੇਨਰ ਸੀਗੇ। ਹੁਣ ਉਹ ਇੱਕ ਰਿਸਪੌਂਸੀਬਲ ਪੋਸਟ ਤੇ ਬੈਠੇ ਨੇ, ਉਹਨਾਂ ਦੀ ਗੱਲਾਂ ਦੇ ਉੱਤੇ ਲੋਕਾਂ ਨੂੰ ਯਕੀਨ ਹੋਣਾ ਚਾਹੀਦਾ ਹੈ। ਜਿਹੜੇ ਮੁੱਦੇ ਉਹ ਰੱਖ ਰਹੇ ਨੇ ਉਹ ਹੁਣ ਐਜ਼ ਏ ਆਪੋਜੀਸ਼ਨ ਜਾਂ ਤੁਸੀਂ ਵੀ ਇੱਕ ਮੈਚ ਤੋਂ ਬਾਹਰ ਹੋ ਕੇ ਦਰਸ਼ਕ ਦੀ ਤਰ੍ਹਾਂ ਕੁਝ ਵੀ ਕਹਿੰਦੇ ਹੋ ਤੇ ਤੁਹਾਡੀ ਗੱਲਾਂ ਦੇ ਉੱਤੇ ਲੋਕਾਂ ਨੂੰ, ਜਿੱਦਾਂ ਹੁਣ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜੋ ਗੱਲਾਂ ਕਰ ਰਹੇ ਹਾਂ, ਕਿਉਂਕਿ ਅਸੀਂ ਉਸ ਮੈਚ ਤੋਂ ਬਾਹਰ ਹਾਂ, ਅਸੀਂ ਆਪਣੇ ਐਨਾਲਿਸਿਸ ਉਸ ਬੇਸ ਤੇ ਦਿੰਦੇ ਹਾਂ ਕਿ ਗਰਾਊਂਡ ਸਿਚੁਏਸ਼ਨ ਕੀ ਹੈਗੀ ਹੈ। ਪਰ ਜਦ ਤੁਸੀਂ ਗਰਾਊਂਡ ਤੇ ਖੇਡ ਰਹੇ ਹੁੰਦੇ ਹੋ, ਬੈਟਿੰਗ ਕਰ ਰਹੇ ਹੁੰਦੇ ਹੋ, ਤੇ ਤੁਹਾਡੇ ਵਾਸਤੇ ਛੱਕੇ ਮਾਰਨੇ, ਰਨ ਬਣਾਉਣੇ ਬਹੁਤ ਜ਼ਰੂਰੀ ਹੁੰਦੇ ਨੇ। ਔਰ ਫਿਲਹਾਲ ਸਿੱਧੂ ਉਹਨਾਂ ਕਾਂਗਰਸ ਦੇ ਮੈਚ ਦੇ ਵਿੱਚ ਐਂਟਰ ਤੇ ਹੋ ਗਏ ਨੇ ਬਤੌਰ ਪੀਪੀਸੀਸੀ ਪ੍ਰਧਾਨ, ਪਰ ਹਜੇ ਤੱਕ ਉਹਨਾਂ ਤੋਂ ਕੋਈ ਛੱਕਾ ਵੱਜਿਆ ਨਹੀਂ। ਸਿਰਫ ਗੱਲਾਂ ਔਰ ਗੱਲਾਂ। ਇੱਕ ਚਿੱਠੀ ਦਿੱਤੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ, ਉਹਨਾਂ ਚਿੱਠੀ ਦੇ ਉੱਤੇ ਜਿਹੜਾ ਇੱਕ ਤਰੀਕੇ ਨਾਲ ਕਾਗਜ਼ੀ ਕਾਰਵਾਈ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਉਹਦੇ ਵਿੱਚੋਂ ਸਿੱਧੂ ਨੂੰ ਕੋਈ ਬਹੁਤਾ ਕ੍ਰੈਡਿਟ ਨਹੀਂ ਮਿਲਦਾ। ਜਿੱਦਾਂ ਮੈਂ ਗੱਲ ਦੀ ਸ਼ੁਰੂਆਤ ਕੀਤੀ ਸੀਗੀ ਕਿ ਬਹੁਤ ਸਾਰੇ ਸਿੱਧੂ ਦੇ ਨਜ਼ਦੀਕੀ ਬੰਦੇ ਵੀ ਇਹ ਗੱਲ ਕਹਿੰਦੇ ਨੇ ਕਿ ਸਿੱਧੂ ਉਹਨਾਂ ਨੂੰ ਕਿਸੇ ਗੱਲ ਵਾਸਤੇ ਸਮਝਾਉਣਾ ਬੜਾ ਔਖਾ ਹੈ, ਕਿਉਂਕਿ ਗੱਲ ਪੂਰੀ ਖਤਮ ਹੋਣ ਤੋਂ ਪਹਿਲੇ ਹੀ ਉਹ ਕਹਿੰਦੇ ਨੇ ਮੈਨੂੰ ਸਭ ਪਤਾ ਹੈ, ਮੈਨੂੰ ਸਭ ਪਤਾ ਹੈ। ਇਹ ਇੱਕ ਐਟੀਟਿਊਡ ਸਿੱਧੂ ਉਹਨਾਂ ਨੂੰ ਛੱਡਣਾ ਪਏਗਾ। ਜਦ ਕੋਈ ਸਿਆਣਾ ਬੰਦਾ ਕੋਈ ਗੱਲ ਸਮਝਾਉਂਦਾ ਹੈ ਤੇ ਪਹਿਲੇ ਉਹਨਾਂ ਦੀ ਗੱਲ ਪੂਰੀ ਸੁਣੋ, ਉਸ ਤੋਂ ਬਾਅਦ ਭਾਵੇਂ ਇੰਪਲੀਮੈਂਟ ਕਰਨੀ ਆ ਜਾਂ ਨਹੀਂ ਕਰਨੀ, ਪਰ ਸਲਾਹ ਪੂਰੀ ਹੋਣ ਤੋਂ ਪਹਿਲੇ ਇਹ ਗੱਲ ਕਹਿ ਦੇਣੀ ਕਿ ਮੈਨੂੰ ਸਭ ਕੁਝ ਪਤਾ ਹੈ, ਉਹ ਫਿਰ ਸਲਾਹ ਦੇਣ ਵਾਲਾ ਵੀ ਹੌਸਲਾ ਛੱਡ ਜਾਂਦਾ ਹੈ ਕਿ ਵੀ ਜਦ ਇਹਨੂੰ ਸਭ ਕੁਝ ਪਤਾ ਹੀ ਹੈ ਤੈਨੂੰ ਸਲਾਹ ਕਿਸ ਗੱਲ ਦੀ ਦੇਣੀ। ਇਸ ਐਟੀਟਿਊਡ ਤੋਂ ਸਿੱਧੂ ਉਹਨਾਂ ਨੂੰ ਹੁਣ ਬਾਹਰ ਨਿਕਲਣਾ ਪਏਗਾ, ਕਿਉਂਕਿ ਅੱਗੇ ਚੱਲ ਕੇ ਔਕਣਾ ਹੈ, ਰੈੱਡ ਕਾਰਪੇਟ ਨਹੀਂ ਹੈਗਾ। ਲੋਕਾਂ ਨੇ ਜਦ ਤੱਕ ਤੁਹਾਡੇ ਤੇ ਵਿਸ਼ਵਾਸ ਨਹੀਂ ਕਰਨਾ, ਤੁਹਾਡੀ ਰਾਜਨੀਤੀ ਦੇ ਵਿੱਚ ਗੱਲ ਨਹੀਂ ਬਣਨੀ। ਸਿਰਫ ਲੜਾਈ ਮਤਭੇਦ ਦੀ ਰਾਜਨੀਤੀ ਨੂੰ ਲੋਕੀ ਬਹੁਤ ਦੇਰ ਤੱਕ ਬਰਦਾਸ਼ਤ ਨਹੀਂ ਕਰਦੇ। ਕੁਝ ਪੋਜ਼ਿਟਿਵਿਟੀ, ਕੁਝ ਕੰਮ ਕਰਕੇ ਦਿਖਾਣੇ ਹੁੰਦੇ ਨੇ, ਜਿਹਦੇ ਵਿੱਚ ਹਜੇ ਸਿੱਧੂ ਉਹਨਾਂ ਦੀ ਪਰਖ ਹੋਣੀ ਬਾਕੀ ਹੈ। ਬਿਲਕੁਲ ਭਾਸਕਰ ਸਾਹਿਬ, ਤੁਸੀਂ ਸੱਤਾ 'ਚ ਹੋ ਕੇ ਵਿਰੋਧੀ ਧਿਰ ਦੇ ਆਗੂ ਵਾਂਗ ਵਿਚਰੋਗੇ, 2-4 ਵਾਰੀ ਤਾਂ ਚੰਗਾ ਲੱਗੂਗਾ, ਉਸ ਤੋਂ ਬਾਅਦ ਲੋਕ ਪੁੱਛਣਗੇ ਕਿ ਤੁਸੀਂ ਵਿਰੋਧ ਵਿੱਚ ਹੋ ਜਾਂ ਸਰਕਾਰ ਵਿੱਚ ਹੋ, ਕਿਉਂਕਿ ਕਾਂਗਰਸ ਦੇ ਤੁਸੀਂ ਪ੍ਰਦੇਸ਼ ਪ੍ਰਮੁੱਖ ਹੋਣ ਦਾ ਮਤਲਬ ਹੈ ਕਿ ਤੁਸੀਂ ਉਹ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲੋਂ ਵੀ ਵੱਡੇ ਹੋ, ਤੇ ਇਹਦਾ ਮਤਲਬ ਹੈ ਕਿ ਤੁਸੀਂ ਤੁਹਾਡੀ ਨਹੀਂ ਚੱਲਦੀ ਤਾਂ ਤੁਸੀਂ ਹਾਈ ਕਮਾਂਡ ਤੋਂ ਚਲਾ ਸਕਦੇ ਹੋ, ਤੇ ਜੇਕਰ ਤੁਸੀਂ ਬਿਲਕੁਲ ਹੀ ਚਲਾ ਨਹੀਂ ਸਕਦੇ ਤਾਂ ਫਿਰ ਕਾਹਦੇ ਲਈ ਬੈਠੇ ਹੋ? ਅਸਤੀਫਾ ਦੇ ਕੇ ਨਵੀਂ ਡਗਰ ਫੜੋ, ਨਵੀਂ ਰਸਤੇ ਤੇ ਚੱਲੋ। ਸਿੱਧੂ ਲਈ ਔਕੜਾਂ ਹੋਣਗੀਆਂ, ਲਗਾਤਾਰ ਵਿਰੋਧੀ ਆਗੂ ਵਾਂਗ ਪ੍ਰਭਾਵ ਦੇਣਾ ਇਹ ਸ਼ਾਇਦ ਬਹੁਤ ਦੇਰ ਨਹੀਂ ਚੱਲਣਾ। ਸੋ ਇੱਥੇ ਫੈਸਲੇ ਤਾਂ ਹੋਣੇ ਨੇ, ਲੈਣੇ ਪੈਣੇ ਨੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।